ਰੋਜ਼ਾਨਾ ਲੋਕ ਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਗੱਲਬਾਤ ਕਰਾਂਗੇ ਕਿ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ, ਪ੍ਰਤਾਪ ਸਿੰਘ ਬਾਜਵਾ ਤੇ ਹੋਰ ਬਾਗੀ ਧੜੇ ਦੇ ਵਿਧਾਇਕ ਤੇ ਮੰਤਰੀਆਂ ਦੀ ਆਪਸੀ ਖਿੱਚੋਤਾਣ, ਆਪਸੀ ਕਲੇਸ਼ ਦੇ ਵਿਚਕਾਰ ਹੁਣ ਬੀਬੀ ਰਜਿੰਦਰ ਕੌਰ ਭੱਠਲ ਦੀ ਵੀ ਐਂਟਰੀ ਹੁੰਦੀ ਦਿਖਾਈ ਦੇ ਰਹੀ ਹੈ। ਐਂਟਰੀ ਹੋ ਹੀ ਗਈ ਹੈ। ਰਜਿੰਦਰ ਕੌਰ ਭੱਠਲ ਜਿਹੜੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਪੁਰਾਣੇ ਸਿਆਸੀ ਵਿਰੋਧੀ ਰਹੇ ਨੇ, ਉਹਨਾਂ ਦੇ ਵੱਲੋਂ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਅੱਗੇ ਵੱਡੀ ਡਿਮਾਂਡ ਰੱਖ ਦਿੱਤੀ ਗਈ ਹੈ। ਕੀ ਕੁਝ ਕਹਿੰਦੇ ਨੇ ਬੀਬੀ ਰਜਿੰਦਰ ਕੌਰ ਭੱਠਲ, ਕੀ ਕੁਝ ਇਹਦੇ ਸਿਆਸੀ ਮਾਇਨੇ ਨੇ, ਕੀ ਕੁਝ ਸਿਆਸੀ ਨਤੀਜੇ ਇਹਦੇ ਨਿਕਲ ਸਕਦੇ ਆ, ਇਸ ਪੂਰੇ ਮਾਮਲੇ ਤੇ ਵਿਸਤਾਰਪੂਰਵਕ ਚਰਚਾ ਕਰਾਂਗੇ। ਅਗਲੀ ਜਿਹੜੀ ਖਬਰ ਹੈ ਚਰਚਾ ਕਰਨ ਦੇ ਲਈ ਉਹ ਇਹ ਹੈ ਕਿ ਕੱਲ ਕਿਸਾਨ ਮੋਰਚੇ ਦੇ ਵੱਲੋਂ ਵੱਖ-ਵੱਖ ਰਾਜਨੀਤਿਕ ਦਲਾਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਫੈਸਲਾ ਲਿਆ ਗਿਆ ਸੀ ਕਿ ਭਾਈ ਕੋਈ ਵੀ ਜਿਹੜਾ ਸਿਆਸੀ ਦਲ ਹੈ ਉਹ ਪੰਜਾਬ ਦੇ ਅੰਦਰ ਕੋਈ ਵੀ ਰਾਜਨੀਤਿਕ ਪ੍ਰੋਗਰਾਮ ਨਹੀਂ ਕਰੂਗਾ ਜਿੰਨਾ ਟਾਈਮ ਚੋਣ ਕਮਿਸ਼ਨ ਜਿਹੜੀ ਹੈ ਚੋਣਾਂ ਦਾ ਐਲਾਨ ਨਹੀਂ ਕਰਦਾ। ਪਰ ਹੁਣ ਇੱਕ ਕਾਂਗਰਸ ਦਾ ਵਿਧਾਇਕ ਹੈ ਜਿਸ ਦੇ ਵੱਲੋਂ ਇਹ ਸਾਫ਼ ਜਿਹੜਾ ਹੁਕਮ ਮੰਨਣ ਤੋਂ ਇੱਕ ਤਰੀਕੇ ਦਾ ਇਨਕਾਰ ਕੀਤਾ ਜਾ ਰਿਹਾ। ਕੌਣ ਉਹ ਵਿਧਾਇਕ ਹੈ ਤੇ ਕਿਸ ਤਰੀਕੇ ਦੇ ਨਾਲ ਇਨਕਾਰ ਮੰਨ ਸਕਦੇ ਹਾਂ ਆਪਾਂ, ਉਸ ਦੇ ਵੀ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ। ਸਰ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। बहुत बहुत शुक्रिया, मेहरबानी, धन्यवाद सुखविंदर जी। सर, पहली खबर मैं कहना कि वो विधायक वाली ले लईए। मैं अपनी टीम ਨੂੰ ਚਾਹਾਂਗਾ ਕਿ ਉਹ ਦਿਖਾਉਣ ਸਾਰਾ ਜਿਹੜਾ ਫੇਸਬੁੱਕ ਤੇ ਜਿਹੜੇ ਲੱਗੇ ਹੋਏ ਆ ਜਿਹੜੇ ਤੁਸੀਂ ਦੇਖ ਸਕਦੇ ਹੋ। ਇਹ ਪ੍ਰੈਸ ਕਾਨਫਰੰਸ ਕੱਲ ਹੋਈ ਸੀ ਕਿਸਾਨ ਏਕਤਾ ਮੋਰਚੇ ਦੀ। ਮੈਂ ਕਹਿੰਦਾ ਕਿ ਦੁਬਾਰਾ ਫਿਰ ਕਿਸਾਨ ਏਕਤਾ ਮੋਰਚੇ ਦੀ ਉਹ ਫੋਟੋ ਦਿਖਾਈ ਜਾਵੇ। ਕਿਸਾਨ ਏਕਤਾ ਮੋਰਚੇ ਦੀ ਆ ਫੋਟੋ ਤੁਸੀਂ ਦੇਖ ਸਕਦੇ ਹੋ। ਇਹ ਸਕਰੀਨਸ਼ਾਟ ਹੈ ਪ੍ਰੈਸ ਕਾਨਫਰੰਸ ਦਾ ਜਿਹੜੀ ਕਿ 16 ਘੰਟੇ ਪਹਿਲਾਂ ਕੀਤੀ ਹੋਈ ਹੈ ਕਿਸਾਨ ਏਕਤਾ ਮੋਰਚੇ ਦੇ ਵੱਲੋਂ। ਤਾਂ ਹੁਣ ਇਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਕੋਈ ਰਾਜਨੀਤਿਕ ਦਲ ਜਿਹੜਾ ਕੋਈ ਵੀ ਸਮਾਗਮ ਰਾਜਨੀਤਿਕ ਨਾ ਕਰਵਾਵੇ। ਜੇ ਕੋਈ ਰਾਜਨੀਤਿਕ ਦਲ ਕੋਈ ਸਮਾਗਮ ਕਰਵਾਉਂਦਾ ਤਾਂ ਉਹ ਕਿਸਾਨ ਮੋਰਚੇ ਦੇ ਵਿਰੋਧੀ ਮੰਨਿਆ ਜਾਊਗਾ, ਕਿਸਾਨ ਅੰਦੋਲਨ ਦਾ ਵਿਰੋਧੀ ਮੰਨਿਆ ਜਾਊਗਾ। ਤਾਂ ਅੱਗੇ ਜਿਹੜਾ ਸਕਰੀਨਸ਼ਾਟ ਹੈ ਉਹ ਵੀ ਦਿਖਾਓ। ਤੇ ਉਹ ਇਹ ਹੈਗਾ ਫਤਿਹਜੰਗ ਸਿੰਘ ਬਾਜਵਾ ਦਾ। ਕੈਪਟਨ ਅਮਰਿੰਦਰ ਸਿੰਘ ਦੇ ਅੱਜ ਕੱਲ ਆਲੇ ਦੁਆਲੇ ਰਹਿਣ ਵਾਲੇ ਦੋ ਭਰਾਵਾਂ ਦੇ ਵਿੱਚੋਂ ਇੱਕ ਫਤਿਹਜੰਗ ਸਿੰਘ ਬਾਜਵਾ, ਇਹਨੇ 13 ਘੰਟੇ ਪਹਿਲਾਂ ਜਿਹੜੀ ਪੋਸਟ ਪਾਈ, ਯਾਨੀ ਕਿ ਕਿਸਾਨਾਂ ਦੇ ਐਲਾਨ ਤੋਂ 3 ਘੰਟੇ ਬਾਅਦ ਉਹਨਾਂ ਨੇ ਸਿੱਧੇ ਤੌਰ ਤੇ ਕਹਿਤਾ ਕਿ ਭਾਈ ਸਾਡਾ ਸਮਾਗਮ ਹੈ। ਸਮਾਗਮ ਦੇ ਵਿੱਚ ਕੀ ਕੁਝ ਇਸ ਪੋਸਟ ਦੇ ਵਿੱਚ ਲਿਖਿਆ ਤੁਸੀਂ ਪੜ੍ਹ ਸਕਦੇ ਹੋ। ਯਾਨੀ ਕਿ ਕਿਸਾਨਾਂ ਦੇ ਹੁਕਮ ਦੀ ਕੋਈ ਪਰਵਾਹ ਨਹੀਂ, ਯਾਨੀ ਕਿ ਕਿਸਾਨਾਂ ਦੇ ਵੱਲੋਂ ਇਹ ਕਹਿਣ ਦੀ ਕੋਈ ਪਰਵਾਹ ਨਹੀਂ ਕਿ ਜਿਹੜਾ ਰਾਜਨੀਤਿਕ ਪ੍ਰੋਗਰਾਮ ਕਰੇਗਾ ਉਹ ਕਿਸਾਨ ਵਿਰੋਧੀ ਮੰਨਿਆ ਜਾਊਗਾ। ਇੱਕ ਤਰੀਕੇ ਦਾ ਚੈਲੰਜ ਹੋ ਸਕਦਾ ਹੈ। ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਇੱਕ ਪਾਸੇ ਤਾਂ ਉਹਨਾਂ ਨੇ 16 ਘੰਟੇ ਪਹਿਲਾਂ ਮਨਾ ਕਰਤਾ ਤੇ 13 ਘੰਟੇ ਬਾਅਦ ਇਹਨਾਂ ਦੇ ਵੱਲੋਂ ਜਿਹੜੀ ਕਿ 3 ਘੰਟੇ ਬਾਅਦ ਪੋਸਟ ਪਾਈ ਜਾਂਦੀ ਆ, ਯਾਨੀ ਕਿ ਫਿਰ ਇਹਨਾਂ ਦੇ ਵੱਲੋਂ ਕੋਈ ਪਰਵਾਹ ਨਹੀਂ ਹੈ ਕਿਸਾਨ ਏਕਤਾ ਮੋਰਚੇ ਦੀ, ਕਿਸਾਨ ਅੰਦੋਲਨ ਦੀ। ਬਿਲਕੁਲ ਦੇਖੋ, ਕੱਲ ਬਿਲਕੁਲ ਸਾਫ਼ ਸ਼ਬਦਾਂ ਦੇ ਵਿੱਚ ਰਾਜੇਵਾਲ ਸਾਹਿਬ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ, ਇਹ ਨਹੀਂ ਕਿ ਕੱਲੀ ਮੀਟਿੰਗਾਂ ਦੇ ਵਿੱਚ ਵੱਖਰੀਆਂ ਗੱਲਾਂ ਹੋਈਆਂ। ਕੱਲ ਨਵਜੋਤ ਸਿੰਘ ਸਿੱਧੂ ਜਾਂ ਵੱਖ-ਵੱਖ ਪਾਰਟੀਆਂ ਦੇ ਜਿਹੜੇ ਹੋਰ ਵੱਡੇ ਲੀਡਰ ਸੀਗੇ ਉਹ ਜਦੋਂ ਕਿਸਾਨਾਂ ਨਾਲ ਮੀਟਿੰਗਾਂ ਕਰਦੇ ਨੇ ਉਹਦੇ ਵਿੱਚ ਵੀ ਇਹ ਗੱਲਾਂ ਰੱਖੀਆਂ ਗਈਆਂ ਸੀਗੀਆਂ। ਔਰ ਉਸ ਤੋਂ ਬਾਅਦ ਸਾਰੀਆਂ ਜਥੇਬੰਦੀਆਂ 32 ਦੀਆਂ 32 ਜਥੇਬੰਦੀਆਂ ਇਕੱਠੀਆਂ ਹੁੰਦੀਆਂ ਨੇ ਔਰ ਚੰਡੀਗੜ੍ਹ ਦੇ ਵਿੱਚ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ। ਰਾਜੇਵਾਲ ਜੀ ਨੂੰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਮੁੱਖ ਬੁਲਾਰੇ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਹੈ ਔਰ ਉਹਦੇ ਵਿੱਚ ਰਾਜੇਵਾਲ ਸਾਹਿਬ ਕੱਲੀ ਚੀਜ਼ ਜਿਹੜੀ ਹੈਗੀ ਹੈ ਉਹ ਡਿਟੇਲ ਦੇ ਵਿੱਚ ਪ੍ਰੈਸ ਵਾਲਿਆਂ ਨੂੰ ਦੱਸਦੇ ਆ। ਕੱਲੇ ਪ੍ਰੈਸ ਵਾਲਿਆਂ ਨੂੰ ਨਹੀਂ, ਮੈਨੂੰ ਲੱਗਦਾ ਕਿ ਸਾਰੇ ਪੂਰੇ ਭਾਰਤ ਦੇ ਵਿੱਚ ਜਾਂ ਪੂਰੀ ਦੁਨੀਆ ਦੇ ਵਿੱਚ ਬੈਠੇ ਜਿੰਨੇ ਵੀ ਪੰਜਾਬੀ ਨੇ, ਜਿੰਨੇ ਵੀ ਸਿਆਸੀ ਪਾਰਟੀਆਂ ਨਾਲ ਜੁੜੇ ਲੋਕ ਨੇ, ਉਹਨਾਂ ਨੂੰ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਦੇ ਆ। ਉਹ ਇਹੀ ਕਿ ਫਿਲਹਾਲ ਤੁਸੀਂ ਜਿੰਨੀ ਦੇਰ ਸਾਡਾ ਇਹ ਕਿਸਾਨ ਮੋਰਚਾ ਚੱਲ ਰਿਹਾ ਹੈ ਉਨੀ ਦੇਰ ਆਪਣੀਆਂ ਸਿਆਸੀ ਗਤੀਵਿਧੀਆਂ ਤੇ ਉੱਤੇ ਵਿਰਾਮ ਲਾ ਦਿਓ। ਹਾਂ, ਉਹਨਾਂ ਨੇ ਇਹ ਕਿਹਾ ਕਿ ਜੇ ਕੋਈ ਸਮਾਜਿਕ ਤੁਹਾਨੂੰ ਜ਼ਿੰਮੇਵਾਰੀ ਮਿਲਦੀ ਹੈ, ਜੇ ਤੁਸੀਂ ਸਮਾਜਿਕ ਕੰਮਾਂ ਲਈ ਜਾਂਦੇ ਹੋ ਜਾਂ ਕੋਈ ਕਿਤੇ ਚੈੱਕ ਵੰਡਣ ਜਾਂਦੇ ਹੋ ਜਾਂ ਕਿਤੇ ਹੋਰ ਕੋਈ ਜਿਹੜੇ ਬੁਨਿਆਦੀ ਕੰਮ ਨੇ ਜਿਹਦੇ ਬਿਨਾਂ ਕੋਈ ਸਰ ਨਹੀਂ ਸਕਦਾ, ਬਹੁਤ ਜ਼ਰੂਰੀ ਕੰਮ ਨੇ ਜਿਹਦੇ ਕਰਕੇ ਤੁਹਾਡੀ ਜਿਹੜੀ ਹੈਗੀ ਹੈ ਸਮਾਜ ਦੇ ਵਿੱਚ ਕੋਈ ਜਿਹੜੀ ਹੈਗੀ ਹੈ ਦੇਣ ਹੋ ਸਕਦੀ ਹੈ, ਉਹਨਾਂ ਨੇ ਕਿਹਾ ਕਿ ਉਹ ਸਮਾਜਿਕ ਕੰਮ ਤੁਸੀਂ ਕਰ ਸਕਦੇ ਹੋ। ਔਰ ਬਹੁਤ ਉਹਦੇ ਵਿੱਚ ਵੀ ਇਹ ਗੱਲ ਕਹੀ ਹੈ ਡਾਕਟਰ ਸਾਹਿਬ, ਉਹਦੇ ਵਿੱਚ ਵੀ ਇਹ ਗੱਲ ਕਹੀ ਹੈ ਕਿ 10-50 ਬੰਦੇ ਜਾ ਕੇ ਤੁਸੀਂ ਕਰ ਸਕਦੇ ਹੋ। ਇਕੱਲਾ ਸੈਕਟਰੀ ਵੀ ਦੇ ਸਕਦਾ ਹੈ, ਕੋਈ ਅਫਸਰ ਵੀ ਜਾ ਕੇ ਦੇ ਸਕਦਾ ਹੈ, ਚੈੱਕ ਕੋਈ ਪੀਏ ਵੀ ਜਾ ਕੇ ਦੇ ਸਕਦਾ ਹੈ, ਤੁਸੀਂ ਕਿਸੇ ਸਰਪੰਚ ਨੂੰ ਮੋਹਤਬਾਰ ਨੂੰ ਬੁਲਾ ਕੇ ਵੀ ਚੈੱਕ ਦੇ ਸਕਦੇ ਹੋ। ਜ਼ਰੂਰੀ ਨਹੀਂ ਹੈ ਕਿ ਤੁਸੀਂ ਇਕੱਠ ਕਰਕੇ ਹੀ ਦੇਣਾ, ਯਾਨੀ ਕਿ ਇਕੱਠ ਤੋਂ ਗੁਰੇਜ਼ ਕਰੋ। ਸਿਰਫ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇਕਰ ਐਮਐਲਏ ਕਿਸੇ ਦੇ ਵਿਆਹ ਸ਼ਾਦੀ ਜਾਂਦਾ, ਕਿਸੇ ਦੇ ਭੋਗ ਪਾਠ ਤੇ ਜਾਂਦਾ
ਉੱਥੋਂ ਜਿਹੜਾ ਵਿਰੋਧ ਨਾ ਕੀਤਾ ਜਾਵੇ। ਬਿਲਕੁਲ ਬਿਲਕੁਲ ਇਹੀ ਹੈ, ਯਾਨੀ ਕਿ ਜੋ ਸਮਾਜਿਕ ਕੰਮ ਹੁੰਦੇ ਆ ਪੋਲੀਟੀਕਲ ਪਾਰਟੀਆਂ ਦੇ ਜਾਂ ਪੋਲੀਟੀਕਲ ਨੁਮਾਇੰਦਿਆਂ ਦੇ, ਉਹਨਾਂ ਨੇ ਉਹਨਾਂ ਤੋਂ ਛੁਟਕਾਰਾ ਦਿੱਤਾ, ਇਸੇ ਲਈ ਦਿੱਤਾ ਸੀਗਾ ਕਿ ਭਾਈ ਤੁਸੀਂ ਆਪਣੇ ਕੰਮਕਾਜ ਜਿਹੜੇ ਨੇ ਬੁਨਿਆਦੀ ਤੌਰ ਤੇ ਕਰ ਸਕੋ। ਪਰ ਜੇਕਰ ਹਜੇ ਵੀ ਪੋਲੀਟੀਕਲ ਪਾਰਟੀਆਂ ਉਹਨਾਂ ਦੇ ਇਸ ਵੱਡੇ ਸੰਦੇਸ਼ ਨੂੰ ਨਹੀਂ ਸਮਝ ਰਹੀਆਂ ਤਾਂ ਉੱਥੋਂ ਕੀ ਸਮਝਿਆ ਜਾਏ? ਉੱਥੋਂ ਤਾਂ ਇਹੀ ਸਮਝਿਆ ਜਾਵੇ ਜਿਵੇਂ ਇਹਦਾ ਮਤਲਬ ਕੀ ਹੈ ਕਿ ਬੀਜੇਪੀ ਜੋ ਚਾਹੁੰਦੀ ਹੈ ਉਹੀ ਉਹਨਾਂ ਦੀ ਪੈਰ 'ਚ ਪੈਰ ਧਰਦੀਆਂ ਨਜ਼ਰ ਆ ਰਹੀਆਂ ਨੇ ਸਿਆਸੀ ਪਾਰਟੀਆਂ। ਬੀਜੇਪੀ ਕੀ ਚਾਹੁੰਦੀ ਹੈ ਕਿ ਕਿਵੇਂ ਨਾ ਕਿਵੇਂ ਜਿਹੜਾ ਹੈਗਾ ਟਕਰਾਅ ਹੋਵੇ ਲੋਕਾਂ ਦਾ ਆਪਸ ਦੇ ਵਿੱਚ, ਕਿਸਾਨ ਭਿੜਨ, ਤਾਂ ਕਿ ਸਾਨੂੰ ਮੌਕਾ ਮਿਲ ਜੇ ਕਿ ਅਸੀਂ ਰਾਸ਼ਟਰਪਤੀ ਰਾਜ ਲਾ ਸਕੀਏ। ਔਰ ਅਗਲੇ ਦਿਨਾਂ ਦੇ ਵਿੱਚ ਜਦੋਂ 22 ਦੀਆਂ ਚੋਣਾਂ ਹੋਣਗੀਆਂ ਤਾਂ ਉੱਥੋਂ ਇਹ ਜਿਹੜੀਆਂ ਨੇ ਵੱਖ-ਵੱਖ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਇਹਦਾ ਬਾਈਕਾਟ ਕਰਨਗੀਆਂ ਔਰ ਉਹਦੇ ਵਿੱਚੋਂ ਬੀਜੇਪੀ ਜਿਹੜੀ ਹੈਗੀ ਸਰਕਾਰ ਬਣਾ ਲੇਗੀ। ਸੋ ਇੱਕ ਤਾਂ ਇਹ ਪੋਲਿਟਿਕਸ ਨਜ਼ਰ ਆ ਰਹੀ ਹੈ ਕਿ ਉਸ ਚੀਜ਼ ਨੂੰ ਫਾਇਦਾ ਦੇਣੀਆਂ ਚਾਹੁੰਦੀਆਂ ਨੇ ਵੱਖ-ਵੱਖ ਪਾਰਟੀਆਂ। ਤੁਸੀਂ ਦੇਖਿਆ ਹੋਵੇਗਾ ਕਿ ਕੱਲ ਕਿਵੇਂ ਦੇਖਦੇ ਹੋ ਕਿ ਫਤਿਹਜੰਗ ਸਿੰਘ ਬਾਜਵਾ ਉਹਨਾਂ ਦੇ ਵੱਲੋਂ ਬੜੇ ਆਪਣੇ ਆਪ ਨੂੰ ਐਕਟਿਵ ਵਿਧਾਇਕ ਦੱਸਦੇ ਨੇ, ਬੜੇ ਪੁਰਾਣੇ ਇਹਨਾਂ ਦੇ ਖੂਨ ਦੇ ਵਿੱਚ ਸਿਆਸਤ ਹੈ, ਇਹਨਾਂ ਦੇ ਫਾਦਰ ਪਿਓ ਦਾਦੇ ਜਿਹੜੇ ਆ ਉਹ ਵੀ ਸਿਆਸਤ ਦੇ ਵਿੱਚ ਰਹੇ ਆ, ਆਪ ਮੁੱਖ ਮੰਤਰੀ ਦੇ ਇਰਦ ਗਿਰਦ ਰਹਿੰਦੇ ਆ, ਸਾਰੀਆਂ ਖਬਰਾਂ ਤੇ ਪੂਰੇ ਪੰਜਾਬ ਦੇ ਵਿੱਚ ਇਹਨਾਂ ਦੀ ਨਜ਼ਰ ਹੁੰਦੀ ਆ। ਇਹ ਤਾਂ ਇਹ ਗੱਲ ਕਹਿ ਨਹੀਂ ਸਕਦੇ ਕਿ ਸਾਨੂੰ ਭਾਈ ਕਿਸਾਨ ਮੋਰਚੇ ਦਾ ਸੁਣਿਆ ਨਹੀਂ ਲੱਗਿਆ। ਯਾਨੀ ਕਿ ਸਿੱਧੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਇੱਕ ਤਰੀਕੇ ਦਾ ਵਿਧਾਇਕ ਦੇ ਵੱਲੋਂ ਉਹਨਾਂ ਦਾ ਹੁਕਮ ਮੰਨਣ ਤੋਂ ਇਨਕਾਰ ਹੋ ਸਕਦਾ ਹੈ ਜਾਂ ਫਿਰ ਚੈਲੰਜ ਵੀ ਹੋ ਸਕਦਾ, ਭਾਈ ਤੁਸੀਂ ਰੋਕ ਕੇ ਦੇਖ ਲਓ ਅਸੀਂ ਤਾਂ ਕਰਾਂਗੇ। ਕਿਵੇਂ ਮੰਨਿਆ ਜਾਵੇ? ਲੋਕ ਇਹਨੂੰ ਕਿਵੇਂ ਸਮਝਣ? ਫਿਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਲੋਕਾਂ ਨੂੰ ਇਸ ਤਰ੍ਹਾਂ ਸਮਝਣਾ ਚਾਹੀਦਾ ਹੈ ਕਿ ਇਸ ਵੇਲੇ ਬੁਨਿਆਦੀ ਲੋੜ ਪੰਜਾਬ ਦੀ ਕੀ ਹੈ, ਜਿਹੜੀ ਕਿ ਸਾਰਿਆਂ ਨੂੰ ਸਮਝਣੀ ਚਾਹੀਦੀ ਹੈ। ਲੋਕ ਤਾਂ ਇਹ ਚਾਹੁੰਦੇ ਨੇ ਕਿ ਸਾਡੇ 3 ਕਾਲੇ ਕਾਨੂੰਨ ਜਿੰਨਾ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਕੁਝ ਹੀ ਮਲੀਆ ਮੇਟ ਹੋ ਜਾਊਗਾ। ਜੇ ਪੰਜਾਬ ਦੀ ਕਿਸਾਨੀ ਖਤਮ ਹੁੰਦੀ ਹੈ, ਜੇ ਪੰਜਾਬ ਦੀ ਖੇਤੀਬਾੜੀ ਖਤਮ ਹੁੰਦੀ ਹੈ ਤਾਂ ਲਾਜ਼ਮੀ ਤੌਰ ਤੇ ਤੁਸੀਂ ਸਿਆਸਤ ਕਰਕੇ ਕਰੋਗੇ ਕੀ? ਮੈਂ ਇਹ ਕਹਿਣਾ ਚਾਹੁੰਦਾ ਕਿ ਜੇਕਰ ਤੁਸੀਂ ਇਹ 3 ਕਾਲੇ ਕਾਨੂੰਨ ਖਤਮ ਕਰਾਉਣ ਦੇ ਵਿੱਚ ਕੋਈ ਆਪਣਾ ਚੰਗਾ ਰੋਲ ਨਹੀਂ ਨਿਭਾ ਸਕਦੇ ਤਾਂ ਘੱਟੋ ਘੱਟ ਮਾੜਾ ਰੋਲ ਤਾਂ ਨਾ ਨਿਭਾਓ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹਨਾਂ ਪਾਰਟੀਆਂ ਨੂੰ ਜਾਂ ਇਹਨਾਂ ਨੁਮਾਇੰਦਿਆਂ ਨੂੰ ਜਾਂ ਇਹਨਾਂ ਵਿਧਾਇਕਾਂ ਨੂੰ, ਕੋਈ ਵੀ ਹੈ, ਮੈਂ ਨਹੀਂ ਕਹਿੰਦਾ ਕਿ ਕੱਲਾ ਅੱਜ ਫਤਿਹਜੰਗ ਬਾਜਵਾ ਹੋ ਸਕਦੇ ਨੇ, ਕੱਲ ਨੂੰ ਕੋਈ ਹੋਰ ਹੋ ਸਕਦੇ ਨੇ ਔਰ ਪਰਸੋਂ ਕੁਝ ਹੋਰ ਕੋਈ ਦੂਸਰੀਆਂ ਪਾਰਟੀਆਂ ਦੇ ਵੀ ਹੋ ਸਕਦੇ ਆ। ਇਸ ਨੂੰ ਨਾ ਵਧਾਇਆ ਜਾਏ, ਸਗੋਂ ਡੀਸੈਂਟ ਤਰੀਕੇ ਦੇ ਨਾਲ, ਜਿਵੇਂ ਕਿਸਾਨ ਕਹਿ ਰਹੇ ਨੇ ਕਿ ਉਸ ਤਰੀਕੇ ਦੇ ਨਾਲ ਆਪਣੇ ਕਾਰਵਾਈ ਜਿਹੜੀ ਹੈਗੀ ਹੈ ਕੀਤੀ ਜਾਵੇ। ਪਰ ਜਿਸ ਕਿਸਮ ਦੇ ਨਾਲ ਉਹ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਵੱਖ-ਵੱਖ ਧਿਰਾਂ ਜਾਂ ਵੱਖ-ਵੱਖ ਨੁਮਾਇੰਦੇ, ਜਾਂ ਜਿਵੇਂ ਫਤਿਹਜੰਗ ਬਾਜਵਾ ਹੋਰਾਂ ਦੀ ਤੁਸੀਂ ਗੱਲ ਕਰ ਰਹੇ ਹੋ, ਤਾਂ ਉੱਥੋਂ ਹੀ ਲੱਗਦਾ ਹੈ ਕਿ ਕਿਸਾਨਾਂ ਦੀਆਂ ਗੱਲਾਂ ਨੂੰ ਨਹੀਂ ਮੰਨਿਆ ਜਾ ਰਿਹਾ, ਉਹਨਾਂ ਦੀਆਂ ਗੱਲਾਂ ਨੂੰ ਇਗਨੋਰ ਕੀਤਾ ਜਾ ਰਿਹਾ। ਇਹਦਾ ਮਤਲਬ ਇਹੀ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਿਤੇ ਨਾ ਕਿਤੇ ਸਿੱਧੇ ਜਾਂ ਸਿੱਧੇ ਤੌਰ ਤੇ ਕੀਤੀ ਜਾ ਸਕਦੀ ਹੈ। ਸੋ ਉਸ ਤੋਂ ਬਚਣ ਦੀ ਲੋੜ ਹੈ। ਪੰਜਾਬ ਇਸ ਵੇਲੇ ਸ਼ਾਂਤਮਈ ਤਰੀਕੇ ਦੇ ਨਾਲ ਵੱਡਾ ਸੰਘਰਸ਼ ਲੜ ਰਿਹਾ ਹੈ। ਉਸ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਹੈਗਾ ਉਹਦੇ ਵਿੱਚ ਕੀ ਰੋਲ ਤੁਸੀਂ ਨਿਭਾ ਸਕਦੇ ਹੋ ਸ਼ਾਂਤਮਈ ਤਰੀਕੇ ਦੇ ਨਾਲ, ਸਗੋਂ ਹੋਰ ਇਹ ਸੰਘਰਸ਼ ਜਿਹੜਾ ਹੈਗਾ ਅੱਗੇ ਵੱਧ ਸਕੇ, ਉਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਆਪਣੀ ਜਿਹੜੀ ਹੈਗੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਸੀਗੀ ਫਤਿਹਜੰਗ ਬਾਜਵਾ ਜੀ ਨੂੰ। ਇਹ ਪਰ ਹੋ ਕੀ ਰਿਹਾ? ਹੋ ਬਿਲਕੁਲ ਉਲਟ ਰਿਹਾ। ਔਰ ਤੁਸੀਂ ਦੇਖੋਗੇ ਕਿ ਇਸ ਤਰ੍ਹਾਂ ਦੇ ਜੇਕਰ ਫਤਿਹਜੰਗ ਬਾਜਵਾ ਨੂੰ ਜਾਂ ਕਾਂਗਰਸ ਨੂੰ ਇਹ ਲੱਗਦਾ ਹੈ ਕਿ ਕਿਉਂਕਿ ਗੱਲ ਇਹ ਹੈ ਡਾਕਟਰ ਸਾਹਿਬ ਗੱਲ ਇਹ ਹੈ ਕਿ ਕੱਲ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਵੱਖ-ਵੱਖ ਪਾਰਟੀਆਂ ਨੇ ਉਹੀ ਮੁੱਦਾ ਉਠਾਇਆ। ਉਹ ਕਹਿੰਦੇ ਕਿ ਜਦੋਂ ਖੇਮਕਰਨ ਦੇ ਵਿੱਚ ਸੁਖਪਾਲ ਸਿੰਘ ਭੁੱਲਰ ਜਿਹੜੇ ਆ ਉਹ ਉੱਥੇ ਕੋਈ ਵੱਡਾ ਇਕੱਠ ਕਰਦੇ, ਉੱਥੇ ਕਿਸੇ ਕਿਸਮ ਦਾ ਕਿਸੇ ਦੇ ਵੱਲੋਂ ਕੋਈ ਵਿਰੋਧ ਨਹੀਂ ਕੀਤਾ ਜਾਂਦਾ। ਕਾਂਗਰਸੀਆਂ ਦੇ ਕਹਿੰਦੇ ਇਕੱਠ ਉਵੇਂ ਹੀ ਚੱਲ ਰਹੇ ਨੇ ਤੇ ਦੂਜੀਆਂ ਪਾਰਟੀਆਂ ਇਹ ਖਦਸ਼ਾ ਜਤਾ ਰਹੀਆਂ ਨੇ ਕਿ ਸਾਡੇ ਉੱਪਰ ਜਾਣਬੁੱਝ ਕੇ ਨਕੇਲ ਕੱਸੀ ਜਾ ਰਹੀ ਹੈ। ਅਕਾਲੀ ਦਲ ਵੀ ਇਹੀ ਗੱਲ ਕਹਿ ਰਿਹਾ, ਉਧਰ ਆਮ ਆਦਮੀ ਪਾਰਟੀ ਵੀ ਇਹੀ ਗੱਲ ਕਹਿ ਕੇ ਆਈ ਹੈ ਕਿ ਭਾਈ ਅਸੀਂ ਤਾਂ ਠੀਕ ਆ, ਤੁਹਾਡੀ ਗੱਲ ਮੰਨ ਕੇ ਬੰਦ ਕਰ ਦਿਆਂਗੇ ਸਮਾਗਮ। ਕੀ ਬਾਕੀ ਪਾਰਟੀਆਂ ਬੰਦ ਕਰਨਗੀਆਂ? ਖੇਮਕਰਨ ਦਾ ਜਿਹੜਾ ਉਹਨਾਂ ਨੇ ਬਕਾਇਦਾ ਤੌਰ ਦੇ ਉੱਪਰ ਜਿਹੜਾ ਉਹਨਾਂ ਨੇ ਇੱਕ ਮੁੱਦਾ ਚੁੱਕਿਆ ਕਿ ਭਾਈ ਉੱਥੇ ਰੈਲੀ ਹੋਈ, ਉੱਥੇ ਵਿਰੋਧ ਨਹੀਂ ਹੋਇਆ। ਤਾਂ ਹੁਣ ਆਹ ਜਿਹੜਾ ਸਮਾਗਮ ਹੋਣ ਜਾ ਰਿਹਾ ਅੱਜ, ਇਹਦੇ ਕਰਕੇ ਵੀ ਕਲੈਸ਼ ਫਿਰ ਹੋ ਸਕਦਾ। ਦੇਖੋ, ਕਿਸਾਨ ਜਥੇਬੰਦੀਆਂ ਨੇ ਖਾਸ ਤੌਰ ਤੇ ਰਾਜੇਵਾਲ ਸਾਹਿਬ ਨੂੰ ਵੀ ਇਹ ਸਵਾਲ ਪੁੱਛਿਆ ਗਿਆ ਸੀਗਾ, ਤਾਂ ਰਾਜੇਵਾਲ ਸਾਹਿਬ ਨੇ ਬਿਲਕੁਲ ਇਹ ਗੱਲ ਕਲੀਅਰ ਕੀਤੀ ਸੀਗੀ ਕਿ ਸਾਡੇ ਲਈ ਸਾਰੀਆਂ ਪਾਰਟੀਆਂ ਬਰਾਬਰ ਨੇ, ਚਾਹੇ ਉਹ ਛੋਟੀਆਂ ਪਾਰਟੀਆਂ ਨੇ ਚਾਹੇ ਵੱਡੀਆਂ ਪਾਰਟੀਆਂ ਨੇ। ਇੱਥੋਂ ਤੱਕ ਕਿ ਉਹਨਾਂ ਨੇ ਕਿਹਾ ਸੀ ਕਿ ਸਾਡੇ ਲਈ ਮੁੱਖ ਮੰਤਰੀ ਸਾਹਿਬ ਵੀ ਕੋਈ ਮਾਇਨੇ ਨਹੀਂ ਰੱਖਦੇ, ਉਹ ਵੀ ਇੱਕ ਨੁਮਾਇੰਦੇ ਨੇ ਇੱਕ ਪਾਰਟੀ ਦੇ। ਸੋ ਇਸ ਕਰਕੇ ਬਕਾਇਦਾ ਤੌਰ ਤੇ ਉਹਨਾਂ ਨੂੰ ਕੱਲ ਸਵਾਲ ਪੁੱਛੇ ਗਏ ਸੀਗੇ ਔਰ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਵਾਬ ਵੀ ਦਿੱਤੇ। ਰਾਜੇਵਾਲ ਸਾਹਿਬ ਨੇ ਜਾਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ, ਉਹਨਾਂ ਨੇ ਇਹੀ ਕਿਹਾ ਕਿ ਸਾਡੇ ਲਈ ਕੋਈ ਨਾ ਕਾਂਗਰਸ ਅਹਿਮੀਅਤ ਰੱਖਦੀ ਹੈ, ਨਾ ਅਕਾਲੀ ਦਲ ਅਹਿਮੀਅਤ ਰੱਖਦਾ, ਨਾ ਆਮ ਆਦਮੀ ਪਾਰਟੀ ਜਾਂ ਹੋਰ ਜਿਹੜੀਆਂ ਵੀ ਪਾਰਟੀਆਂ ਸਿਆਸਤ ਦੇ ਵਿੱਚ ਸਰਗਰਮ ਨੇ,
ਉਹ ਕੋਈ ਵੀ ਸਾਡੇ ਲਈ ਜਿਹੜੀ ਹੈਗੀ ਹੈ ਬਹੁਤ ਅਹਿਮੀਅਤ ਨਹੀਂ ਰੱਖਦੀਆਂ। ਸਾਡੇ ਲਈ ਸਾਰੇ ਲੋਕ ਬਰਾਬਰ ਨੇ, ਸਾਡੇ ਲਈ ਸਾਰੇ ਨੁਮਾਇੰਦੇ ਬਰਾਬਰ ਨੇ। ਇਸ ਲਈ ਅਸੀਂ ਸਾਰਿਆਂ ਨੂੰ ਹੀ ਬੇਨਤੀ ਕਰ ਰਹੇ ਹਾਂ ਕਿ ਭਾਈ ਤੁਸੀਂ ਕਿਰਪਾ ਕਰਕੇ ਜਿੰਨੀ ਦੇਰ, ਮੈਂ ਫੇਰ ਦੁਹਰਾਵਾਂਗਾ ਉਹਨਾਂ ਦੀ ਗੱਲ ਨੂੰ, ਕਿ ਜਿੰਨੀ ਦੇਰ ਆਪਾਂ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਕਰਾ ਲੈਂਦੇ, ਜਿੰਨੀ ਦੇਰ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਨੇ, ਸੰਘਰਸ਼ ਚੱਲ ਰਿਹਾ ਸਾਡਾ, ਉਨੀ ਦੇਰ ਕਿਰਪਾ ਕਰਕੇ ਆਪਣੀਆਂ ਜਿਹੜੀਆਂ ਸਿਆਸੀ ਸਰਗਰਮੀਆਂ ਨੇ ਉਹਨਾਂ ਦੇ ਉੱਤੇ ਕੱਟ ਲਾਓ। ਉਹਨਾਂ ਨੂੰ ਵੱਖਰੇ ਤਰੀਕੇ ਨਾਲ, ਜੇ ਕੋਈ ਤੁਸੀਂ ਉਹਨਾਂ ਨੇ ਕਿਹਾ, ਇਹ ਨਹੀਂ ਕਿ ਉਹਨਾਂ ਨੇ ਬਿਲਕੁਲ ਪਾਬੰਦੀ ਲਾਤੀ ਕਿ ਤੁਸੀਂ ਬਾਹਰ ਹੀ ਨਹੀਂ ਨਿਕਲਣਾ। ਇਸ ਗੱਲ ਨੂੰ ਸਮਝਣ ਦੀ ਵੀ ਲੋੜ ਹੈ ਕਿ ਉਹਨਾਂ ਨੇ, ਕਿਸਾਨਾਂ ਨੇ ਮਤਲਬ ਇਹ ਨਹੀਂ ਕਿਹਾ ਕਿ ਕੋਈ ਵੀ ਜਿਹੜੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਹੋਣਗੇ ਉਹ ਬਾਹਰ ਹੀ ਨਿਕਲਣਾ ਅਸੀਂ ਬੰਦ ਕਰਾਂਗੇ। ਉਹਨਾਂ ਨੇ ਕਿਹਾ ਨਹੀਂ, ਤੁਸੀਂ ਸਮਾਜਿਕ ਕੰਮ ਵੀ ਕਰ ਸਕਦੇ ਹੋ, ਪਰ ਇੱਕ ਡੀਸੈਂਟ ਤਰੀਕੇ ਦੇ ਨਾਲ। ਯਾਨੀ ਕਿ ਕਹਿਣ ਤੋਂ ਭਾਵ ਹੈ, ਜਿਵੇਂ ਤੁਸੀਂ ਵੀ ਇਸ਼ਾਰਾ ਕੀਤਾ ਹੈ ਕਿ ਜੇ ਕੋਈ ਚੈੱਕ ਵੰਡਣਾ ਹੈ ਤਾਂ ਡਿਪਟੀ ਕਮਿਸ਼ਨਰ ਦੇ ਰਾਹੀਂ ਵੰਡਿਆ ਜਾ ਸਕਦਾ ਹੈ ਜਾਂ ਕੁਝ ਨੁਮਾਇੰਦੇ ਤੁਹਾਡੇ ਜਾ ਸਕਦੇ ਨੇ। ਪਰ ਇਹਦਾ ਮਤਲਬ ਇਹ ਨਹੀਂ ਕਿ ਸਿਆਸੀ ਜਿਹੜੀ ਹੁੰਦੀ ਹੈ, ਸਿਆਸੀ ਸਰਗਰਮੀ ਹੁੰਦੀ ਹੈ, ਉਹ ਇੱਕ ਵੱਖਰੀ ਤਰ੍ਹਾਂ ਦੀ ਸਰਗਰਮੀ ਹੁੰਦੀ ਹੈ। ਉਹਦੇ ਵਿੱਚ ਤੁਸੀਂ ਭਾਸ਼ਣਬਾਜ਼ੀ ਕਰਨੀ ਹੁੰਦੀ ਹੈ, ਉਹਦੇ ਵਿੱਚ ਤੁਸੀਂ ਲੋਕਾਂ ਨੂੰ ਇਹ ਦੱਸਣਾ ਹੁੰਦਾ ਹੈ ਕਿ ਸਾਡੀ ਪਾਰਟੀ ਦੀਆਂ ਆਹ ਪਾਲਿਸੀਆਂ ਨੇ, ਅਸੀਂ ਆਹ ਅਗਲੀਆਂ 22 ਦੀਆਂ ਚੋਣਾਂ ਦੇ ਵਿੱਚ ਆਹ ਅਸੀਂ ਤਿਆਰੀਆਂ ਕਰ ਰਹੇ ਹਾਂ, ਆਹ ਅਸੀਂ ਜਿਹੜਾ ਹੈਗਾ ਮੈਨੀਫੈਸਟੋ ਲੈ ਕੇ ਆਵਾਂਗੇ ਤੁਹਾਡੇ ਲਈ। ਯਾਨੀ ਕਿ ਉਹਦੇ ਵਿੱਚ ਹੋਰ ਤਰ੍ਹਾਂ ਦੀਆਂ ਸਰਗਰਮੀਆਂ ਹੁੰਦੀਆਂ ਨੇ। ਉਸ ਤੋਂ ਗੁਰੇਜ਼ ਕਰਨ ਲਈ ਪਾਰਟੀਆਂ ਨੂੰ ਕਿਹਾ ਗਿਆ ਹੈ। ਸੋ ਮੈਨੂੰ ਲੱਗਦਾ ਹੈ ਕਿ ਪਾਰਟੀਆਂ ਨੂੰ ਵੀ ਇਹਨਾਂ ਦੀ, ਇਸ ਵੇਲੇ ਕਿਸਾਨਾਂ ਦੀ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ, ਕਿਉਂਕਿ ਪੰਜਾਬ ਜਿਹੜਾ ਹੈਗਾ ਕਿਸਾਨਾਂ ਦੇ ਨਾਂ ਤੇ ਜਿਉਂਦਾ ਹੈ। ਪੰਜਾਬ, ਜੇਕਰ ਪੰਜਾਬ ਦੀ ਕਿਸਾਨੀ ਬਚੇਗੀ, ਮੈਂ ਫੇਰ ਗੱਲ ਜਿਹੜੀ ਬਹੁਤ ਜ਼ੋਰ ਨਾਲ ਕਹਿਣਾ ਚਾਹੁੰਦਾ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੂੰ ਸ਼ਾਇਦ ਲੱਗਦਾ ਹੈ ਕਿ ਕਿਸਾਨਾਂ ਦੀ ਇਸ ਗੱਲ ਨੂੰ ਅਸੀਂ ਇਗਨੋਰ ਕਰਕੇ ਸ਼ਾਇਦ ਸਾਨੂੰ ਵੋਟਾਂ ਜ਼ਿਆਦਾ ਮਿਲਣਗੀਆਂ, ਇਹ ਗੱਲ ਉਹਨਾਂ ਦੀ ਗਲਤਫਹਿਮੀ ਹੈ। ਜਿਵੇਂ ਹਾਲਾਤ ਲੋਕਾਂ ਨੂੰ ਵੀ ਇੱਥੇ, ਲੋਕਾਂ ਇਕੱਲੇ ਆਪਾਂ ਲੀਡਰਾਂ ਦੀ ਨਹੀਂ, ਹੁਣ ਜੇਕਰ ਫਤਿਹ ਸਿੰਘ ਬਾਜਵਾ ਦੀ ਗੱਲ ਕਰੀਏ, ਜੇ ਕਹਿਤਾ ਹੋਵੇ ਕਿ ਭਾਈ ਤੁਸੀਂ ਆਪਣੇ ਪਿੰਡ ਸਮਾਗਮ ਰੱਖ ਲਓ, ਮੈਂ ਤੁਹਾਡੇ ਪਿੰਡ ਆ ਰਿਹਾ, ਜਿਹੜੇ ਲੋਕ ਉੱਥੋਂ ਦੇ ਪ੍ਰਬੰਧਕ ਨੇ ਉਹ ਤਾਂ ਆਮ ਲੋਕਾਂ ਚੋਂ ਹੀ ਨੇ ਨਾ, ਉਹ ਤਾਂ ਕਿਸਾਨ ਪਰਿਵਾਰਾਂ ਚੋਂ ਹੀ ਨੇ। ਫਿਰ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਆਪਣੀ ਜ਼ਮੀਰ ਨੂੰ ਜਗਾਉਣਾ ਪਊਗਾ ਕਿ ਜੇਕਰ ਭਾਈ ਸਾਡਾ ਲੀਡਰ ਸਾਨੂੰ ਇਹ ਗੱਲ ਕਹਿ ਰਿਹਾ ਕਿ ਪ੍ਰੋਗਰਾਮ ਰੱਖੋ ਮੈਂ ਆ ਰਿਹਾ, ਤੇ ਉਹ ਵੀ ਠੋਕ ਕੇ ਕਹਿਣਗੇ ਭਾਈ ਹਾਲੇ ਥੋੜੇ ਦਿਨ ਰੁਕੋ, ਜਿੰਨੇ ਦਿਨ ਕਿਸਾਨ ਮੋਰਚੇ ਨੇ ਇਹ ਗੱਲ ਕਹੀ ਹੈ, ਠੀਕ ਆ, ਅਸੀਂ ਤੁਹਾਡੇ ਨਾਲ ਆ, ਅਸੀਂ ਤੁਹਾਡੇ ਵਰਕਰ ਆ, ਪਰ ਜਿੰਨੇ ਦਿਨ ਕਿਸਾਨ ਮੋਰਚੇ ਦੀ ਇਹ ਜਿਹੜੀ ਕਾਲ ਹੈ ਉਹਨਾਂ ਟਾਈਮ ਅਸੀਂ ਸਮਾਗਮ ਨਹੀਂ ਰੱਖ ਸਕਦੇ। ਇਕੱਲੇ ਲੀਡਰਾਂ ਨੂੰ ਵੀ ਦੋਸ਼ ਦੇਣਾ ਇੱਥੇ ਗਲਤੀ ਹੋਊਗਾ। ਇੱਥੇ ਆਮ ਲੋਕਾਂ ਨੂੰ ਵੀ ਆਪਣੀ ਜਿਹੜੀ ਉਹ ਜ਼ਮੀਰ ਜਗਾਉਣੀ ਪਊਗੀ, ਆਮ ਵਰਕਰ ਨੂੰ, ਪਾਰਟੀਆਂ ਦੇ ਉਹਨਾਂ ਨੂੰ ਵੀ ਆਪਣੀ ਜ਼ਮੀਰ ਜਗਾਉਣੀ ਪਊਗੀ। ਦੇਖੋ, ਆਮ ਲੋਕ ਤਾਂ ਜਿਹੜੇ ਨੇ ਚੇਤੰਨ ਨੇ। ਮੈਂ ਇੱਥੇ ਗੱਲ ਜਿਹੜੀ ਸਮਝਣੀ ਚਾਹੀਦੀ ਹੈ, ਜਿਹੜਾ ਫਰਕ ਕਰਨਾ ਚਾਹੀਦਾ ਹੈ ਕਿ ਇੱਕ ਪਾਸੇ ਤੁਹਾਡਾ ਵਿਧਾਇਕ ਹੈ, ਦੂਜੇ ਪਾਸੇ ਉਹਦੇ ਵਲੰਟੀਅਰ ਨੇ ਜਾਂ ਉਹਦੇ ਅਹੁਦੇਦਾਰ ਨੇ। ਉਹਨਾਂ ਅਹੁਦੇਦਾਰਾਂ ਨੂੰ, ਯਾਨੀ ਕਿ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਆਮ ਲੋਕ ਇਹ ਫੰਕਸ਼ਨ ਕਰ ਲੈਣਗੇ। ਇਹਦੇ ਵਿੱਚ ਕੀ ਹੁੰਦਾ ਕਿ ਵੱਖ-ਵੱਖ ਜਿਹੜੇ ਅਹੁਦੇਦਾਰ ਨੇ, ਜ਼ਿਲ੍ਹਾ ਪ੍ਰਧਾਨ ਹੁੰਦੇ ਨੇ, ਹਲਕਾ ਇੰਚਾਰਜ ਹੁੰਦੇ ਨੇ। ਮੈਂ ਉਹੀ ਡਾਕਟਰ, ਮੈਂ ਗੱਲ ਉਹੀ ਤੁਹਾਨੂੰ ਕਹਿ ਰਿਹਾ ਕਿ ਠੀਕ ਹੈ, ਜੇ ਵਿਧਾਇਕ ਦੇ ਕਹੇ ਤੇ ਜਾਂ ਫਿਰ ਕਿਸੇ ਹੋਰ ਦੇ ਕਹੇ ਤੇ ਇਹ ਸਮਾਗਮ ਰੱਖ ਲਿਆ ਗਿਆ, ਤਾਂ ਫਿਰ ਵਿਧਾਇਕ ਤੋਂ ਥੱਲੇ ਜਿੰਨੇ ਅਹੁਦੇਦਾਰ ਨੇ, ਚਾਹੇ ਉਹ ਜ਼ਿਲ੍ਹਾ ਪ੍ਰਧਾਨ ਹੋਵੇ, ਚਾਹੇ ਉਹ ਬਲਾਕ ਪ੍ਰਧਾਨ ਹੋਵੇ, ਚਾਹੇ ਉਹ ਸਰਪੰਚ ਹੋਵੇ, ਚਾਹੇ ਮੈਂਬਰ ਹੋਣ, ਚਾਹੇ ਆਮ ਲੋਕ ਹੋਣ, ਹੈ ਤਾਂ ਉਹ ਕਿਸਾਨ ਪਰਿਵਾਰਾਂ ਦੇ ਵਿੱਚੋਂ ਹੀ ਆ ਨਾ। ਤਾਂ ਫਿਰ ਉਹਨਾਂ ਨੂੰ ਵੀ ਨਾ ਵਿਧਾਇਕ ਨੂੰ ਇਹ ਗੱਲ ਸਲਾਹ ਦੇ ਦੇਣੀ ਚਾਹੀਦੀ ਹੈ ਕਿ ਭਾਈ ਨਹੀਂ, ਇਹ ਸਮਾਗਮ ਨਹੀਂ ਹੋ ਸਕਦਾ, ਇੱਥੇ ਅਸੀਂ ਨਹੀਂ ਇਹ ਸਮਾਗਮ ਕਰਵਾ ਸਕਦੇ ਜਿੰਨਾ ਟਾਈਮ ਕਿਸਾਨ ਏਕਤਾ ਮੋਰਚੇ ਦੀ ਜਿਹੜੀ ਕਾਲ ਹੈਗੀ ਆ, ਇਹ ਕਹਿ ਸਕਦੇ ਆ। ਜ਼ਰੂਰੀ ਤਾਂ ਨਹੀਂ ਵਿਧਾਇਕ ਨੂੰ, ਜੇ ਵਿਧਾਇਕ ਤੁਹਾਨੂੰ ਇਹ ਗੱਲ ਕਰਵਾਉਂਦਾ ਤਾਂ ਵਿਧਾਇਕ ਨੂੰ ਟੋਕੋ। ਬਿਲਕੁਲ ਮੈਂ ਹੀ ਕਹਿਣਾ ਕਿ ਇੱਕ ਤਾਂ ਪਹਿਲੀ ਗੱਲ ਤਾਂ ਵਿਧਾਇਕ ਨੂੰ ਵੀ, ਚਾਹੇ ਉਹ ਮਿਨਿਸਟਰ ਹੈ, ਚਾਹੇ ਸੀਐਮ ਸਾਹਿਬ ਨੇ, ਕੋਈ ਵੀ ਨੇ, ਉਹਨਾਂ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਆਪਣੀ ਪਾਰਟੀ ਨੂੰ, ਇੱਥੋਂ ਤੱਕ ਕਿ ਮੈਂ ਤਾਂ ਕਹਾਂਗਾ ਕਿ ਪਾਰਟੀ ਦੇ ਪ੍ਰਧਾਨਾਂ ਦੀ ਵੀ ਇਹ ਡਿਊਟੀ ਬਣਦੀ ਹੈ ਕਿ ਵੱਖ-ਵੱਖ, ਚਾਹੇ ਉਹ ਨਵਜੋਤ ਸਿੰਘ ਸਿੱਧੂ ਹੋਰੀ ਨੇ, ਚਾਹੇ ਭਗਵੰਤ ਮਾਨ ਜੀ ਦੇ ਨਾਲ ਇਹਨਾਂ ਦੀ ਕਿੰਨੀ ਕੁ ਬਣਦੀ ਆ ਇਸ ਵਿਧਾਇਕ ਦੀ। ਤੁਸੀਂ ਦੇਖ ਸਕਦੇ ਹੋ ਕਿ ਪੋਸਟਰ ਦੇ ਉੱਪਰ ਸਿਰਫ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਦਿਖਾਈ ਦੇ ਰਹੀ ਹੈ, ਪ੍ਰਧਾਨ ਦੀ ਕਿਤੇ ਵੀ ਫੋਟੋ ਨਹੀਂ ਦਿਖਾਈ ਦੇ ਰਹੀ। ਤੇ ਪ੍ਰਧਾਨ ਦੇ ਧੜੇ ਦੇ ਵਿੱਚ ਇਹ ਹੈ ਜਾਂ ਨਹੀਂ ਹੈ, ਪ੍ਰਧਾਨ ਤੋਂ ਇਹ ਆਪਣਾ ਪ੍ਰਧਾਨ ਮੰਨਦੇ ਕਿ ਨਹੀਂ ਮੰਨਦੇ, ਇਹਦਾ ਤੁਸੀਂ ਦੇਖ ਸਕਦੇ। ਕੈਪਟਨ ਅਮਰਿੰਦਰ ਸਿੰਘ ਦੇ ਅੱਜ ਕੱਲ੍ਹ ਇਰਦ ਗਿਰਦ ਜ਼ਿਆਦਾ ਰਹਿੰਦੇ ਆ, ਕਿਤੇ ਨਵਜੋਤ ਸਿੰਘ ਤੁਸੀਂ ਫੋਟੋ ਵੀ ਦਿਖਾਈ ਨਹੀਂ ਦੇ ਰਹੀ ਪੋਸਟਰ ਦੇ ਵਿੱਚ। ਬਿਲਕੁਲ, ਦੇਖੋ ਇਹਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਜ਼ਿੰਮੇਵਾਰੀ, ਚਾਹੇ ਉਹਨਾਂ ਦੇ, ਦੇਖੋ ਮੈਂ ਇਹ ਕਹਾਂਗਾ ਕਿ ਜਦੋਂ ਤੁਸੀਂ ਪ੍ਰਧਾਨ ਬਣ ਗਏ, ਚਾਹੇ ਉਹ ਧੜਾ ਹੈ ਕਿਸੇ ਦਾ ਨਹੀਂ ਹੈ, ਤੁਸੀਂ ਪੂਰੇ ਪੰਜਾਬ ਦੀ ਕਾਂਗਰਸ ਦੇ ਪ੍ਰਧਾਨ ਹੋ। ਇਹਦਾ ਮਤਲਬ ਇਹ ਨਹੀਂ ਮੰਨਣਾ ਚਾਹੀਦਾ ਕਿ ਮੈਂ ਇੱਕ ਖਾਸ ਬੰਦੇ ਲਈ ਜਿਹੜਾ ਹੈਗਾ ਮੇਰਾ ਆਰਡਰ ਹੋਏਗਾ, ਦੂਜੇ ਲਈ ਨਹੀਂ ਹੋਏਗਾ। ਜਦੋਂ ਤੁਹਾਨੂੰ ਸੰਪੂਰਨ ਪੰਜਾਬ ਦੀ ਜਥੇਬੰਦੀ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ, ਕੋਈ ਵੀ ਪਾਰਟੀ ਹੈ, ਮੈਂ ਇੱਕ ਪਾਰਟੀ ਦੀ ਗੱਲ ਕਰਦਾ, ਹਰ ਪਾਰਟੀ ਦੇ ਵਿੱਚ ਧੜੇਬੰਦੀਆਂ ਹੁੰਦੀਆਂ ਨੇ, ਪਰ ਉਸ ਪ੍ਰਧਾਨ ਦੀ ਜ਼ਿੰਮੇਵਾਰੀ ਬਣਦੀ ਹੈ ਬਕਾਇਦਾ ਤੌਰ ਤੇ ਕਿ ਜੇਕਰ ਆਪਾਂ ਨੂੰ ਵੀ ਪਤਾ ਹੈ ਕਿ ਆਪਾਂ ਕੱਲ ਵੀ ਗੱਲ ਕੀਤੀ ਸੀਗੀ ਕਿ ਪ੍ਰਧਾਨ ਸਾਹਿਬ ਵੱਖ-ਵੱਖ ਪਾਰਟੀਆਂ ਦੇ
ਜਿਹੜੇ ਨੇ ਉਹਨਾਂ ਨੂੰ ਮਿਲਣਾ ਚਾਹੀਦਾ ਸੀਗਾ ਕਿਸਾਨਾਂ ਨੂੰ। ਔਰ ਆਪਾਂ ਨੇ ਇਹ ਵੀ ਗੱਲ ਕੀਤੀ ਸੀ ਕਿ ਨਹੀਂ ਜਾ ਰਹੇ ਭਗਵੰਤ ਮਾਨ ਤਾਂ ਗਲਤ ਹੈ। ਤਾਂ ਇੱਥੇ ਮੈਂ ਇਹ ਵੀ ਗੱਲ ਕਹਾਂਗਾ ਕਿ ਵੱਖ-ਵੱਖ ਪਾਰਟੀ ਦੇ ਪ੍ਰਧਾਨਾਂ ਦੀ ਜ਼ਿੰਮੇਵਾਰੀ ਇਸ ਵੇਲੇ ਬਹੁਤ ਵੱਡੀ ਬਣ ਜਾਂਦੀ ਹੈ ਕਿ ਆਪਣੇ ਜਿਹੜੇ ਜੋ ਵੀ ਕਿਸਾਨਾਂ ਵੱਲੋਂ ਜੋ ਆਰਡਰ ਹੋਏ ਨੇ, ਜੋ ਹੁਕਮ ਹੋਏ ਨੇ, ਜੋ ਇੱਕ ਸਾਂਝੀ ਰਣਨੀਤੀ ਸਾਹਮਣੇ ਆਈ ਹੈ, ਤਾਂ ਉਸ ਗੱਲ ਨੂੰ ਜਿਹੜਾ ਹੈਗਾ ਆਪਣੇ ਕਾਡਰ ਤੱਕ ਪਹੁੰਚਾਉਣ ਕਿਵੇਂ ਨਾ ਕਿਵੇਂ, ਚਾਹੇ ਉਹ ਆਪਣੇ ਮੈਸੇਜ ਦੇ ਜ਼ਰੀਏ ਪਹੁੰਚਾਉਣ, ਚਾਹੇ ਆਪਣਾ ਲਿਖਤੀ ਆਰਡਰ ਕਰਨ, ਕੁਛ ਨਾ ਕੁਛ ਉਹਨਾਂ ਤੱਕ ਸੰਦੇਸ਼ ਜ਼ਰੂਰ ਪਹੁੰਚਾਉਣ। ਚਾਹੇ ਕਿਸੇ ਵੀ ਧੜੇ ਦੇ ਜਿਹੜੇ ਨੇ ਵਲੰਟੀਅਰ ਹੋ ਸਕਦੇ ਨੇ ਜਾਂ ਨੁਮਾਇੰਦੇ ਹੋ ਸਕਦੇ ਨੇ ਜਾਂ MLA ਸਾਹਿਬਾਨ ਹੋ ਸਕਦੇ ਨੇ ਜਾਂ ਮਿਨਿਸਟਰ ਸਾਹਿਬਾਨ ਹੋ ਸਕਦੇ ਨੇ। ਸੋ ਮੇਰਾ ਕਹਿੰਦਾ ਇਸ ਚੀਜ਼ ਤੋਂ ਉੱਪਰ ਉੱਠ ਕੇ ਇਸ ਵੇਲੇ ਵੱਡੀ ਗੱਲ ਜਿਹੜੀ ਮੈਨੂੰ ਲੱਗਦਾ ਕਿ ਸਾਨੂੰ ਸਮਝਣੀ ਚਾਹੀਦੀ ਹੈ ਕਿ ਪੰਜਾਬ ਇੱਕ ਬਹੁਤ ਵੱਡੇ ਸੰਘਰਸ਼ ਦੇ ਵਿੱਚੋਂ ਨਿਕਲ ਰਿਹਾ ਹੈ। ਇਸ ਸੰਘਰਸ਼ ਨੂੰ ਤਾਰ ਪੀੜੋ ਕਰਨ ਦੇ ਲਈ ਇੰਟਰਨੈਸ਼ਨਲ ਲੈਵਲ ਦੀਆਂ, ਨੈਸ਼ਨਲ ਲੈਵਲ ਦੀਆਂ, ਸਟੇਟ ਲੈਵਲ ਦੀਆਂ ਜਿਹੜੀਆਂ ਤਾਕਤਾਂ ਨੇ ਉਹ ਲੱਗੀਆਂ ਹੋਈਆਂ ਨੇ ਕਿ ਕਿਵੇਂ ਨਾ ਕਿਵੇਂ ਇਸ ਸੰਘਰਸ਼ ਨੂੰ ਤਾਰ ਪੀੜੋ ਕੀਤਾ ਜਾਏ, ਇਹਨੂੰ ਘੱਟ ਕੀਤਾ ਜਾਏ, ਲੋਕ ਵਾਪਸ ਆ ਜਾਣ, ਆਪਣੇ ਘਰਾਂ 'ਚ ਚਲੇ ਜਾਣ। ਇਸ ਚੀਜ਼ ਦੀ ਕੋਸ਼ਿਸ਼ ਜਿਹੜੀਆਂ ਨੇ ਵੱਖ-ਵੱਖ ਧਿਰਾਂ ਕਰ ਰਹੀਆਂ ਨੇ। ਸੋ ਉਹਨਾਂ ਧਿਰਾਂ ਨੂੰ ਮਜ਼ਬੂਤ ਨਾ ਕੀਤਾ ਜਾਏ ਔਰ ਉਹਨਾਂ ਦੀ ਥਾਂ ਦੇ ਉੱਤੇ ਕਿਸਾਨਾਂ ਨੂੰ ਮਜ਼ਬੂਤ ਕੀਤਾ ਜਾਏ, ਕਿਉਂਕਿ ਜੇ ਕਿਸਾਨੀ ਬਚੇਗੀ ਤਾਂ ਪੰਜਾਬ ਬਚੇਗਾ। ਜੇ ਕਿਸਾਨੀ ਨਾ ਬਚੀ, ਸਾਡੀ ਜ਼ਮੀਨਾਂ ਨਾ ਬਚੀਆਂ, ਜੇ ਜ਼ਮੀਨਾਂ ਦੇ ਉੱਤੇ ਅਡਾਨੀਆਂ ਬਾਨੀਆਂ ਦੇ ਜਿਹੜੇ ਨੇ ਕਬਜ਼ੇ ਹੋ ਗਏ ਔਰ ਸਾਡੀ MSP ਚਲੀ ਗਈ, ਸਾਰਾ ਕੁਝ ਜੇ ਸਾਡੀਆਂ ਫਸਲਾਂ ਨਸਲਾਂ ਚਲੀਆਂ ਗਈਆਂ ਤਾਂ ਲਾਜ਼ਮੀ ਤੌਰ ਤੇ ਨੁਕਸਾਨ ਤਾਂ ਸਭ ਨੂੰ ਸਹਿਣਾ ਪਏਗਾ। ਸੋ ਇਸ ਕਰਕੇ ਇਸ ਵੇਲੇ ਏਕਤਾ ਔਰ ਸੰਘਰਸ਼ ਦੋ ਚੀਜ਼ਾਂ ਦੀ ਲੋੜ ਹੈ ਕਿ ਸਾਨੂੰ ਚਾਹੇ ਵੱਖ-ਵੱਖ ਪਾਰਟੀਆਂ ਦੀ ਏਕਤਾ ਹੋਣੀ ਚਾਹੀਦੀ ਹੈ, ਸਾਂਝਾ ਔਰ ਨਾਲ ਦੀ ਨਾਲ ਸੰਘਰਸ਼ ਦੇ ਵਿੱਚ ਸਾਰਿਆਂ ਦਾ ਸਹਿਯੋਗ ਹੋਣਾ ਚਾਹੀਦਾ ਹੈ। ਇਹੀ ਇਸ ਵੇਲੇ ਪੰਜਾਬ ਮੰਗ ਕਰ ਰਿਹਾ ਹੈ। ਸ਼ਾਂਤਮਈ ਤਰੀਕੇ ਦੇ ਨਾਲ ਜੇਕਰ ਅਸੀਂ ਮੋਦੀ ਸਾਹਿਬ ਨੂੰ ਹਰਾਉਣਾ ਹੈ, ਚਾਹੇ 22 ਦੇ ਵਿੱਚ ਹਰਾਉਣਾ ਹੈ, ਚਾਹੇ ਅਸੀਂ 24 ਦੇ ਵਿੱਚ ਹਰਾਉਣਾ ਹੈ, ਤਾਂ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਵੱਡਾ ਸੰਘਰਸ਼ ਕਿਸਾਨਾਂ ਨੇ ਵਿੱਢਿਆ ਹੋਇਆ, ਅੰਤਰਰਾਸ਼ਟਰੀ ਸੰਘਰਸ਼ ਬਣ ਚੁੱਕਿਆ। ਹੁਣ ਇਹ ਇਕੱਲਾ ਕਿਸਾਨਾਂ ਦਾ ਸੰਘਰਸ਼ ਨਹੀਂ ਰਿਹਾ, ਹੁਣ ਇਹ ਆਮ ਲੋਕਾਂ ਦਾ, ਪੀਪਲਸ ਜਿਹੜੀ ਸਟਰਗਲ ਬਣ ਚੁੱਕੀ ਹੈ, ਲੋਕਾਂ ਦਾ ਸੰਘਰਸ਼ ਬਣ ਚੁੱਕਿਆ ਹੈ। ਸੋ ਮੈਨੂੰ ਲੱਗਦਾ ਹੈ ਕਿ ਲੋਕ ਇਹਦੇ ਨਾਲ ਜੇ ਅੰਤਰਰਾਸ਼ਟਰੀ ਲੈਵਲ ਤੇ ਲੋਕ ਜੁੜ ਰਹੇ ਨੇ। ਆਪਾਂ ਨੇ ਮੁਜ਼ੱਫਰਨਗਰ ਦੀ ਜਿਹੜੀ ਵੱਡੀ ਰੈਲੀ ਦੇਖੀ ਹੈ, ਕਰਨਾਲ ਦੇ ਵਿੱਚ ਜੋ ਗੱਲਾਂ ਹੋ ਰਹੀਆਂ ਨੇ, ਦਿੱਲੀ ਦੇ ਵਿੱਚ ਜੋ ਚੀਜ਼ਾਂ ਚੱਲ ਰਹੀਆਂ ਨੇ, ਸਾਨੂੰ ਸਾਰਿਆਂ ਨੂੰ ਮਿਲ ਕੇ ਜਿਹੜਾ ਹੈਗਾ, ਚਾਹੇ ਪੋਲੀਟੀਕਲ ਪਾਰਟੀਆਂ ਨੇ ਚਾਹੇ ਨਾਨ ਪੋਲੀਟੀਕਲ ਪਾਰਟੀਆਂ ਨੇ, ਸਭ ਨੂੰ ਅੱਜ ਇਸ ਵੇਲੇ ਸਭ ਦੀ ਇੱਕ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਉਹ ਸ਼ਾਂਤੀ ਇਸ ਸੰਘਰਸ਼ ਦਾ ਸਾਥ ਦੇਣ ਦੇ ਵਿੱਚ ਹੀ ਬਣਦੀ ਹੈ। ਸੋ ਮੈਂ ਫਿਰ ਆਪਣੀ ਗੱਲ ਦੁਹਰਾਵਾਂਗਾ ਕਿ ਕੱਲ ਜੋ ਰਾਜੇਵਾਲ ਸਾਹਿਬ ਨੇ ਕਿਹਾ, ਉਹਨਾਂ ਦੇ ਕਹਿਣ ਦੇ ਉੱਤੇ ਜਿਹੜੇ ਫੁੱਲ ਚੜਾਉਣ ਦੀ ਲੋੜ ਹੈ ਔਰ ਇਹ ਜਿਹੜੇ ਆਪਣੇ ਛੋਟੇ-ਮੋਟੇ ਪ੍ਰੋਗਰਾਮ ਨੇ, ਛੋਟੀਆਂ-ਮੋਟੀਆਂ ਲਾਲਸਾਵਾਂ ਨੇ ਜਿਹੜੀਆਂ ਨੇ, ਉਹ ਫਿਲਹਾਲ ਤਿਆਗ ਦਿਓ। ਅੱਗੇ ਤੁਹਾਨੂੰ ਬਹੁਤ ਮੌਕਾ ਮਿਲੇਗਾ ਅੱਗੇ ਕਿਉਂਕਿ ਹਜੇ ਕੋਈ ਸਮਾਂ ਤਾਂ ਆਇਆ ਨਹੀਂ ਕਿ ਇੱਕਦਮ ਕਿ ਕੱਲ ਨੂੰ ਵੋਟਾਂ ਹੀ ਪੈ ਜਾਣੀਆਂ ਨੇ। ਸੋ ਇਹ ਤਾਂ ਹੈ ਨਹੀਂ, ਹਜੇ ਤੁਹਾਨੂੰ ਇਦਾਂ ਦੀਆਂ ਸਰਗਰਮੀਆਂ ਕਰਨ ਦੇ ਲਈ ਬਹੁਤ ਹਜੇ ਤੁਹਾਨੂੰ ਲੋਕ ਮੌਕਾ ਦੇਣਗੇ। ਸੋ ਉਹਦੀ ਮੌਕੇ ਦੀ ਇੰਤਜ਼ਾਰ ਕਰਨੀ ਚਾਹੀਦੀ ਹੈ। ਸੋ ਫਿਲਹਾਲ ਜਿਹੜਾ ਹੈਗਾ ਇਹਨਾਂ ਚੀਜ਼ਾਂ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ। ਸੁਰਿੰਦਰ ਜੀ ਬਿਲਕੁਲ ਡਾਕਟਰ, ਹੁਣ ਜੇਕਰ ਆਪਾਂ ਅਗਲੀ ਖਬਰ ਦੀ ਗੱਲਬਾਤ ਕਰੀਏ ਤਾਂ ਅਗਲੀ ਖਬਰ ਜਿਹੜੀ ਹੈ ਉਹ ਕਾਂਗਰਸ ਪਾਰਟੀ ਦੇ ਨਾਲ ਹੀ ਸੰਬੰਧਿਤ ਹੈ, ਜਿੱਥੇ ਖਿੱਚੋਤਾਣ ਚੱਲ ਰਹੀ ਹੈ ਪੰਜਾਬ ਦੇ ਕਾਂਗਰਸ ਦੇ ਧੜੇ ਦੇ ਵਿੱਚ, ਪੰਜਾਬ ਦੀ ਕਾਂਗਰਸ ਸਰਕਾਰ ਦੇ ਅੰਦਰ। ਤਾਂ ਉਸੇ ਖਿੱਚੋਤਾਣ ਦੇ ਵਿਚਕਾਰ ਹੁਣ ਰਜਿੰਦਰ ਕੌਰ ਭੱਠਲ ਦੀ ਵੀ ਐਂਟਰੀ ਹੋ ਗਈ ਹੈ। ਰਜਿੰਦਰ ਕੌਰ ਭੱਠਲ ਜਿਹੜੇ ਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਾਣੇ ਸਿਆਸੀ ਵਿਰੋਧੀ ਰਹੇ ਆ, ਜਿੱਥੇ ਬਟਾਲੇ ਨੂੰ ਲੈ ਕੇ ਖਿੱਚੋਤਾਣ ਹੈ ਕਿ ਭਾਈ ਜ਼ਿਲ੍ਹਾ ਬਣਾਉਣਾ, ਜਿੱਥੇ ਸੁਖਜਿੰਦਰ ਰੰਧਾਵਾ ਤੇ ਤ੍ਰਿਪਤਿੰਦਰ ਸਿੰਘ ਬਾਜਵਾ ਕਹਿ ਰਹੇ ਨੇ, ਤਾਂ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਉਹਦਾ ਸਿਹਰਾ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ। ਉਸ ਤੋਂ ਬਾਅਦ ਹੋਰ ਵੀ ਕਈ ਜ਼ਿਲ੍ਹਿਆਂ ਨੂੰ ਮਾਫ ਕਰਨਾ, ਹੋਰ ਵੀ ਕਈ ਸ਼ਹਿਰਾਂ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਉੱਠੀ, ਖੰਨਾ ਦੀ ਉੱਠੀ, ਜਗਰਾਉਂ ਦੀ ਉੱਠ ਰਹੀ ਹੈ, ਕਈ ਹੋਰਾਂ ਦੀ ਉੱਠ ਰਹੀ ਹੈ। ਤਾਂ ਹੁਣ ਬੀਬੀ ਨੇ ਆਪਣੇ ਏਰੀਏ ਦੇ ਜਿਹੜਾ ਜ਼ਿਲ੍ਹਾ ਬਣਾਉਣ ਦੀ ਗੱਲ ਕਰਤੀ। ਕਿਵੇਂ ਦੇਖਦੇ ਹੋ ਰਜਿੰਦਰ ਕੌਰ ਭੱਠਲ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਜ਼ਿਲ੍ਹਾ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਆਪਣੇ ਏਰੀਏ ਨੂੰ, ਤਾਂ ਇਹਦੇ ਨਾਲ ਸਵਰੇਗਾ ਕੀ? ਇੱਕ ਦੂਜੇ ਨੂੰ ਦੇਖ ਦੇਖ ਕੇ ਮੰਗਾ ਚੱਕ ਕੇ ਹੋਊਗਾ ਕੀ? ਬੀਬੀ ਨੂੰ 4.5 ਸਾਲ ਫਿਰ ਪਹਿਲਾਂ ਕਿਉਂ ਯਾਦ ਨਾ ਆਈ? ਜੇ ਆਪਣਾ ਏਰੀਆ ਉਹਨਾਂ ਨੇ ਜ਼ਿਲ੍ਹਾ ਬਣਾਉਣਾ ਹੀ ਸੀ ਤਾਂ ਫਿਰ 4.5 ਸਾਲ ਪਹਿਲਾਂ ਕਿਉਂ ਨਹੀਂ ਕਿਹਾ ਦਿੱਤਾ ਗਿਆ? ਦੂਜੀ ਗੱਲ ਇਹ ਹੈ ਕਿ ਪਹਿਲਾਂ ਤਾਂ ਇਹ ਦੱਸਣ ਕਿ ਜਿਹੜੇ ਪਹਿਲਾਂ ਵਾਲੇ 22-23 ਜ਼ਿਲ੍ਹੇ ਆ, 23 ਮੈਂ ਤੈਨੂੰ ਨਵਾਂ ਬਣਿਆ, ਜਿਹੜੇ ਪਹਿਲਾਂ ਵਾਲੇ 22 ਜ਼ਿਲ੍ਹੇ ਆ ਉਹ ਪੰਜਾਬ ਦੇ ਲੋਕ ਤੁਹਾਡੇ ਤੋਂ ਜ਼ਿਲ੍ਹੇ ਬਣਾ ਕੇ ਬਾਈ ਕੀ ਖੱਟੀ ਬੈਠੇ ਆ? ਜਿਹੜਾ ਕੁਝ ਤੁਸੀਂ ਉਹ ਪਹਿਲਾਂ ਵਾਲੇ 22 ਜ਼ਿਲ੍ਹਿਆਂ ਦੇ ਲੋਕਾਂ ਨੂੰ ਦੇਤਾ, ਉਹੀ ਕੁਛ ਆ 24ਵੇਂ ਜ਼ਿਲ੍ਹੇ ਨੂੰ ਦੇ ਦੋਗੇ। ਤੇ ਇਹਦੇ ਨਾਲ ਕੀ ਗੱਲ ਹੋ ਜਾਊਗੀ? ਕਿਉਂ ਰਾਜਨੀਤੀ ਨੂੰ ਭੜਕਾਇਆ ਜਾ ਰਿਹਾ? ਕਿਉਂ ਸਿਆਸੀ ਮੁੱਦਿਆਂ ਤੋਂ ਭਟਕ ਕੇ ਇਹ ਬੇਵਜ੍ਹਾ ਦੇ ਮੁੱਦੇ ਵਾਲੇ ਪਾਸੇ ਨੂੰ ਜਾਇਆ ਜਾ ਰਿਹਾ? ਸੁਖਵਿੰਦਰ ਜੀ, ਪੰਜਾਬੀ ਦੀ ਕਹਾਵਤ ਹੈ ਕਿ ਜਾਂਦੇ ਚੋਰ ਦੀ ਲੰਗੋਟੀ ਸਹੀ। ਯਾਨੀ ਕਿ ਇਸ ਵੇਲੇ ਕਾਂਗਰਸ ਦੀ ਪੋਜੀਸ਼ਨ ਇਹ ਹੋ ਗਈ ਕਿ ਹੁਣ ਤਾਂ ਜਾ ਤਾਂ ਰਹੇ ਹਾਂ ਅਸੀਂ, ਕਿਉਂਕਿ ਹੋਰ ਤਾਂ ਕੁਝ ਕੰਮ ਕੀਤੇ ਨਹੀਂ। ਜਿਹੜੇ ਵੱਡੇ ਵੱਡੇ ਵਾਅਦੇ
ਲਾਰੇ ਲਾਏ ਸੀਗੇ ਉਹ 'ਚ ਕੁਝ ਨਹੀਂ ਹੋਇਆ। ਪਰ ਹੁਣ ਕੁਝ ਨਾ ਕੁਝ ਇਦਾਂ ਹੀ ਸ਼ਾਇਦ ਅਸੀਂ ਜ਼ਿਲ੍ਹੇ ਬਣਾ ਕੇ ਹੀ ਲੋਕਾਂ ਨੂੰ ਭਰਮਾ ਲਈਏ। ਸੋ ਕੋਸ਼ਿਸ਼ ਇਸ ਵੇਲੇ ਇਹੀ ਹੋ ਰਹੀ ਹੈ, ਚਾਹੇ ਉਹ ਆਪਾਂ ਨੂੰ ਪਹਿਲਾਂ ਪਤਾ ਹੈ ਕਿ ਬਟਾਲੇ ਦੀ ਗੱਲ ਹੋਵੇ, ਚਾਹੇ ਉਹ ਫਗਵਾੜੇ ਦੀ ਗੱਲ ਹੋਵੇ, ਚਾਹੇ ਉਹ ਖੰਨੇ ਦੀ ਗੱਲ ਹੋਵੇ। ਹੁਣ ਬੀਬੀ ਰਜਿੰਦਰ ਕੌਰ ਭੱਠਲ ਜੀ ਨੂੰ ਇਹ ਲੱਗਦਾ ਹੈ ਕਿ ਹੁਣ ਜਾਂਦੇ ਜਾਂਦੇ ਸ਼ਾਇਦ ਲਹਿਰੇ ਗਾਗੇ ਨੂੰ ਹੀ ਜਿਹੜਾ ਹੈਗਾ ਜ਼ਿਲ੍ਹਾ ਬਣਾ ਦਿੱਤਾ ਜਾਏਗਾ। ਸ਼ਾਇਦ ਉਹਨਾਂ ਨੂੰ ਲੱਗਦਾ ਹੈ ਕਿ ਇਦਾਂ ਮੇਰੀ ਜਿਹੜੀ ਹੈਗਾ ਅਗਲੀਆਂ 22 ਦੀਆਂ ਚੋਣਾਂ ਹੋਣਗੀਆਂ, ਉਹਦੇ ਵਿੱਚ ਮੈਂ ਇੱਕ ਵਾਅਦਾ ਤਾਂ ਘੱਟੋ ਘੱਟ ਆਪਣਾ ਪੂਰਾ ਨਿਭਾਉਂਦੀ ਨਜ਼ਰ ਆਉਂਗੀ। ਜਿਹੜਾ ਵਾਅਦਾ ਉਹ ਇਹ ਕਹਿ ਰਹੇ ਨੇ ਆਪਣੀ ਚਿੱਠੀ ਦੇ ਵਿੱਚ ਕਿ ਜਿਸ ਵਾਅਦੇ ਨੂੰ ਲੈ ਕੇ ਸਾਡੇ ਕੈਪਟਨ ਸਾਹਿਬ ਨੇ ਇਹ ਗੱਲ ਕਹੀ ਸੀਗੀ ਕਿ ਮੈਂ ਆਉਣ ਵਾਲੇ ਦਿਨਾਂ ਦੇ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਲਾਜ਼ਮੀ ਤੌਰ ਤੇ ਲਹਿਰੇ ਗਾਗੇ ਨੂੰ ਮੈਂ ਜ਼ਿਲ੍ਹਾ ਬਣਾਵਾਂਗਾ। ਇਹ ਗੱਲ ਕਿਸੇ ਵੇਲੇ ਅੱਜ ਤੋਂ ਲਗਭਗ 4-4.5 ਸਾਲ ਪਹਿਲਾਂ, ਪੌਣੇ 5 ਸਾਲ ਪਹਿਲਾਂ ਇਹ ਗੱਲ ਕਹੀ ਗਈ ਸੀ ਇੱਕ ਰੈਲੀ ਦੇ ਵਿੱਚ। ਸੋ ਉਸ ਰੈਲੀ ਦਾ ਵਾਅਦਾ ਬੀਬੀ ਰਜਿੰਦਰ ਕੌਰ ਭੱਠਲ ਜੀ ਨੇ ਕੈਪਟਨ ਸਾਹਿਬ ਨੂੰ ਯਾਦ ਕਰਾਇਆ ਹੈ ਕਿ ਕਿਉਂ ਉਦੋਂ ਉਸ ਵੇਲੇ ਤੁਸੀਂ ਸਾਡੇ ਨਾਲ ਵਾਅਦਾ ਕਰਕੇ ਗਏ ਸੀਗੇ। ਬੀਬੀ ਭੱਠਲ ਇਹ ਕਿਉਂ ਨਹੀਂ ਯਾਦ ਕਰਾਉਂਦੇ ਕਿ ਕੈਪਟਨ ਸਾਹਿਬ ਤੁਸੀਂ ਗੁਟਕਾ ਸਾਹਿਬ ਦੀ ਸਹੁੰ ਖਾਧੀ? ਉਹ ਜਿਹੜੇ ਤਾਂ ਯਾਦ ਕਰਵਾ ਰਹੇ ਆ, ਵੈਸੇ ਤਾਂ ਸਾਰੇ ਪੰਜਾਬ ਦੇ ਲੋਕ ਜਾਂ ਵਿਧਾਇਕ ਜਾਂ ਮੰਤਰੀ ਵੀ ਯਾਦ ਕਰਵਾਉਂਦੇ ਆ। ਬੀਬੀ ਰਜਿੰਦਰ ਕੌਰ ਭੱਠਲ ਨੂੰ ਇਹੀ ਸੋਚਿਆ ਕਿ ਲਹਿਰੇ ਗਾਗੇ ਵਾਲਾ ਜ਼ਿਲ੍ਹਾ ਹੀ ਯਾਦ ਕਰਵਾਇਆ ਜਾਵੇ, ਬਾਕੀ ਮੁੱਦੇ ਜਾਂ ਜਿਹੜੇ ਵਾਅਦੇ ਉਹ ਕਿਉਂ ਨਹੀਂ ਯਾਦ ਕਰਵਾਏ ਜਾਵੇ? ਬਿਲਕੁਲ, ਮੈਂ ਇਹੀ ਗੱਲ ਸੁਖਵਿੰਦਰ ਜੀ ਕਹਿ ਰਿਹਾ ਕਿ ਜੇ ਮੈਂ ਸ਼ੁਰੂ ਆਤ ਕੀਤੀ ਸੀ ਵੀ ਚਲੋ ਉਹ ਤਾਂ ਕੋਈ ਹੁਣ ਵਾਅਦੇ ਪੂਰੇ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਨਹੀਂ ਆਉਂਦੀਆਂ। ਚਾਹੇ ਤੁਸੀਂ ਘਰ ਘਰ ਨੌਕਰੀ ਦਾ ਵਾਅਦਾ ਦੇਖ ਲਓ, ਚਾਹੇ ਕੱਲ ਵੀ ਆਪਾਂ ਨੂੰ ਪਤਾ ਹੈ ਕਿ ਸਿਸਮਾ ਫਾਰਮ ਦੇ ਵਿੱਚ ਜਿਹੜੀ ਹੈਗੀ ਆ ਸਾਡੇ ਬੇਰੁਜ਼ਗਾਰ ਜਿਹੜੇ ਸੀਗੇ ਵਿਚਾਰੇ ਕਰਮਚਾਰੀ ਉਹ ਬੈਠੇ ਨੇ ਉੱਥੇ, ਉਹਨਾਂ ਨੂੰ ਰੋਕਿਆ ਗਿਆ। ਇਸੇ ਤਰ੍ਹਾਂ ਪਟਿਆਲੇ ਦੇ ਵਿੱਚ ਥਾਂ ਦੇ ਉੱਤੇ ਜਿਹੜੇ ਧਰਨੇ ਲੱਗੇ ਹੋਏ ਨੇ। ਇਸ ਤਰ੍ਹਾਂ ਵੱਖ-ਵੱਖ ਥਾਵਾਂ ਦੇ ਉੱਤੇ ਤੁਸੀਂ ਚਾਹੇ ਟੀਚਰ ਹੋਣ, ਚਾਹੇ ਕਰਮਚਾਰੀ ਹੋਣ ਜਾਂ ਹੋਰ ਕੋਈ ਜਿਹੜੇ ਕਿਸਾਨ ਹੋਣ, ਤੁਸੀਂ ਹਰ ਤਰ੍ਹਾਂ ਦਾ ਜਿਹੜਾ ਵਰਗ ਹੈ ਉਹ ਇਸ ਵੇਲੇ ਸੜਕਾਂ ਤੇ ਆਇਆ ਹੋਇਆ ਹੈ। ਸੋ ਇੱਕ ਪਾਸੇ ਤਾਂ ਉਹ ਕਾਂਗਰਸ ਪਾਰਟੀ ਨੂੰ ਦਿਖਾਈ ਨਹੀਂ ਦੇ ਰਿਹਾ, ਔਰ ਦੂਜੇ ਪਾਸੇ ਮੈਨੂੰ ਲੱਗਦਾ ਹੈ ਕਿ ਉਹ ਜਿਹੜੀ ਜ਼ਿਲ੍ਹੇ ਜਿਹੜੀ ਹੋਈ ਪਈ ਹੈ ਕਿ ਤੂੰ ਫਲਾਣਾ ਜ਼ਿਲ੍ਹਾ ਬਣਾ ਲੈ, ਮੈਂ ਫਲਾਣਾ ਜ਼ਿਲ੍ਹਾ ਬਣਾ ਲਾਂਗਾ, ਤਾਂ ਇਹਦੇ ਨਾਲ ਹੀ ਸ਼ਾਇਦ ਪੰਜਾਬ ਦੇ ਮਸਲੇ ਹੱਲ ਹੋ ਜਾਣਗੇ। ਪੰਜਾਬ ਦੇ ਮਸਲੇ ਮੈਂ ਫੇਰ ਕਹਾਂਗਾ ਕਿ ਬੁਨਿਆਦੀ ਤੌਰ ਤੇ ਜੇਕਰ ਤੁਹਾਡੇ ਨੀਤ ਔਰ ਨੀਤੀ ਤੁਹਾਡੇ ਕੋਲ ਨਹੀਂ ਹੈ ਤਾਂ ਇਹ ਮਸਲੇ ਹੱਲ ਨਹੀਂ ਹੋਣੇ। ਔਰ ਨੀਤ ਔਰ ਨੀਤੀ ਹੁਣ ਤੱਕ ਆਪਾਂ ਨੂੰ ਪਤਾ ਹੈ, ਜਿਵੇਂ ਤੁਸੀਂ ਵੀ ਕਹਿ ਰਹੇ ਹੋ ਕਿ ਪੌਣੇ 5 ਸਾਲ ਲਗਭਗ ਹੋ ਚੁੱਕੇ ਨੇ ਕਿ ਉਦੋਂ ਤਾਂ ਉਹ ਨੀਤ ਔਰ ਨੀਤੀਆਂ ਆਈਆਂ ਨਹੀਂ ਹੈਗੀਆਂ। ਹੁਣ ਅਗਲੇ 2 ਮਹੀਨਿਆਂ 'ਚ, 4 ਮਹੀਨਿਆਂ 'ਚ, 5 ਮਹੀਨਿਆਂ 'ਚ ਆਪਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਜਿਹੜਾ ਹੈਗਾ ਊਠ ਦਾ ਬੁੱਲ ਗਿਰ ਜਾਏਗਾ। ਸੋ ਉਹ ਨਹੀਂ ਗਿਰੇਗਾ। ਹੁਣ ਮੈਨੂੰ ਲੱਗਦਾ ਕਿ ਇਸੇ ਤਰ੍ਹਾਂ ਹੀ ਚੱਲੇਗਾ। ਹੁਣ ਤਾਂ ਇੱਥੋਂ ਤੱਕ ਗੱਲ ਚਲੀ ਗਈ ਕਿ ਸੁਮੇਧ ਸੈਣੀ ਹੋਰਾਂ ਨੂੰ ਵੀ ਜਿਹੜੀ ਆਪਾਂ ਨੂੰ ਪਤਾ ਹੈ ਕਿ ਜ਼ਮਾਨਤ ਮਿਲ ਚੁੱਕੀ ਹੈ, ਔਰ ਉਹਨਾਂ ਨੂੰ ਵੀ ਇਹ ਕਹਿ ਦਿੱਤਾ ਗਿਆ ਕਿ ਇਹਨਾਂ ਨੂੰ ਕੋਈ ਵੀ ਜਿਹੜਾ ਹੈਗਾ ਗ੍ਰਿਫਤਾਰ ਨਹੀਂ ਕਰ ਸਕਦਾ, ਇਹਨਾਂ ਦੀ ਪੇਸ਼ੀ ਨਹੀਂ ਪਾਈ ਜਾ ਸਕਦੀ। ਉਹ ਵੀ ਜਿਹੜਾ ਹੈਗਾ ਗੱਲ ਜਿਹੜੀ ਹੈ ਠੰਡੇ ਵਾਸਤੇ ਚਲੀ ਗਈ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਪੰਜਾਬ ਦੇ ਬੁਨਿਆਦੀ ਮੁੱਦੇ ਵੀ ਇਸ ਵੇਲੇ ਲਟਕਦੇ ਦਿਖਾਈ ਦੇ ਰਹੇ ਨੇ, ਔਰ ਕਾਂਗਰਸ ਨੂੰ ਜਾਂ ਵੱਖ-ਵੱਖ ਜਿਹੜੇ ਕਾਂਗਰਸ ਦੇ ਲੀਡਰ ਸਾਹਿਬਾਨ ਨੇ ਜਾਂ ਮਿਨਿਸਟਰ ਸਾਹਿਬਾਨ ਨੇ ਜਾਂ ਵਿਧਾਇਕ ਸਾਹਿਬਾਨ ਨੇ, ਉਹਨਾਂ ਨੂੰ ਹੁਣ ਇਹੀ ਲੱਗਦਾ ਹੈ ਕਿ ਹੁਣ ਜ਼ਿਲ੍ਹਿਆਂ ਦੀ ਰਾਜਨੀਤੀ ਕੀਤੀ ਜਾਏ। ਜ਼ਿਲ੍ਹਿਆਂ ਦੇ ਨਾਂ ਦੇ ਉੱਤੇ ਜਿਹੜਾ ਹੈਗਾ ਲੋਕਾਂ ਨੂੰ ਭਰਮਾ ਕੇ ਇਹ ਦੱਸਿਆ ਜਾਏ ਕਿ ਦੇਖੋ ਜੀ ਅਸੀਂ ਘੱਟੋ ਘੱਟ ਹੋਰ ਕੰਮ ਨਹੀਂ ਕੀਤੇ ਤਾਂ ਜ਼ਿਲ੍ਹੇ ਤਾਂ ਬਣਾ ਹੀ ਦਿੱਤੇ ਨਾ। ਸੋ ਇਦਾਂ ਦੀ ਜਿਹੜੀ ਹੈਗੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਜ਼ਿਲ੍ਹਿਆਂ ਨੂੰ ਚਲਾਉਣਾ ਕਿਵੇਂ ਹੈ ਔਰ ਉਹਦੇ ਲਈ ਕਿੱਦਾਂ ਦੀ ਇਨਫਰਾਸਟ੍ਰਕਚਰ ਚਾਹੀਦਾ, ਕਿੱਦਾਂ ਦਾ ਪੈਸਾ ਚਾਹੀਦਾ, ਕਿੱਦਾਂ ਦੀ ਅਫਸਰਸ਼ਾਹੀ ਚਾਹੀਦੀ ਹੈ, ਅਧਿਕਾਰੀ ਚਾਹੀਦੇ ਨੇ, ਗਵਰਨਮੈਂਟ ਦੇ EMPLOYEES ਚਾਹੀਦੇ ਨੇ, ਉਹ ਪਲੈਨਿੰਗ ਕਿੱਥੋਂ ਹੋਏਗੀ, ਉਹ ਪੈਸਾ ਕਿੱਥੋਂ ਆਏਗਾ, ਉਹਦੇ ਲਈ ਹਜੇ ਕੋਈ ਪਲੈਨਿੰਗ ਹੈ ਨਹੀਂ। ਸੋ ਇਸ ਕਰਕੇ ਇਹ ਸਿਰਫ ਰਾਜਨੀਤੀ ਹੋ ਰਹੀ ਹੈ, ਇਹਦੇ ਵਿੱਚੋਂ ਨਿਕਲਣਾ ਕੁਝ ਨਹੀਂ ਹੈ। ਸਿਰਫ ਤੇ ਸਿਰਫ ਆਪਣੀਆਂ ਸਿਆਸੀ ਰੋਟੀਆਂ ਜਿਹੜੀਆਂ ਨੇ ਉਹ ਸੇਕੀਆਂ ਜਾ ਰਹੀਆਂ ਨੇ। ਔਰ ਜੇ ਆਪਾਂ ਕਹੀਏ ਕਿ ਇਹਦੇ ਨਾਲ ਜ਼ਿਲ੍ਹੇ ਬਣਨ ਦੇ ਨਾਲ ਕੋਈ ਕਿਸਾਨਾਂ ਦਾ ਭਲਾ ਹੋ ਜਾਊਗਾ, ਨੌਜਵਾਨਾਂ ਦਾ ਭਲਾ ਹੋ ਜਾਊਗਾ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲ ਜਾਊਗਾ, ਇਦਾਂ ਦੀ ਕੋਈ ਸੰਭਾਵਨਾਵਾਂ ਨਜ਼ਰ ਨਹੀਂ ਆਉਂਦੀਆਂ। ਹਾਂ, ਪਰ ਇਹਨਾਂ ਦੀਆਂ ਸਿਆਸੀ ਰੋਟੀਆਂ ਨੇ ਜਿਹੜੀਆਂ ਉਹ ਜ਼ਰੂਰ ਸੇਕੀਆਂ ਜਾਣਗੀਆਂ। ਆਉਣ ਵਾਲੇ ਦਿਨਾਂ ਦੇ ਵਿੱਚ 22 ਦੇ ਵਿੱਚ ਇਹ ਜ਼ਰੂਰ ਕਹਿਣ ਲਈ ਹੋ ਜਾਣਗੇ ਕਿ ਦੇਖੋ ਜੀ ਅਸੀਂ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਤਾ, ਅਸੀਂ ਫਲਾਣੇ ਜ਼ਿਲ੍ਹੇ ਬਣਾਤੇ। ਇਦਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਜ਼ਰੂਰ ਹੋ ਸਕਦੀਆਂ ਨੇ। ਔਰ ਪਰ ਇਹਦੇ ਵਿੱਚੋਂ ਆਪਾਂ ਕਹੀਏ ਕਿ ਪੰਜਾਬ ਦੇ ਲੋਕਾਂ ਦਾ ਕੋਈ ਜਿਹੜੀਆਂ ਵਾਅਦੇ ਕਰਕੇ ਆਏ ਸੀ ਜਾਂ 18 ਨੁਕਾਤੀ ਪ੍ਰੋਗਰਾਮ, ਮੈਂ ਫੇਰ ਗੱਲ ਕਰਾਂਗਾ ਕਿ ਉਹਦੇ ਵਿੱਚ ਕੋਈ ਜਿਹੜੀ ਹੈਗੀ ਹੈ ਤਬਦੀਲੀ ਆ ਜਾਏਗੀ ਜਾਂ ਉਹ ਹੱਲ ਹੋ ਜਾਣਗੇ ਮਸਲੇ, ਉਹ ਦਿਖਾਈ ਨਹੀਂ ਦਿੰਦੇ। ਸਿਰਫ ਰਾਜਨੀਤਿਕ ਰੋਟੀਆਂ ਜਿਹੜੀਆਂ ਨੇ ਉਹ ਜ਼ਰੂਰ ਸੇਕੀਆਂ ਜਾ ਰਹੀਆਂ ਨੇ। ਸੁਖਿੰਦਰ ਜੀ ਬਿਲਕੁਲ। ਤਾਂ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਆਏ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦਾ ਹਾਂ ਕਿ ਡਾਕਟਰ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਦਿਓ ਇਜਾਜ਼ਤ।
ਧੰਨਵਾਦ।